6 ਜੂਨ 1984। ਇਸ ਰਾਤ ਮੈਂ ਰੋਟੀ ਨਾ ਖਾ ਸਕਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੀ ਰਾਤ ਲਗਭਗ 2:30 ਵਜੇ ਤੱਕ ਨੀਂਦ ਨਹੀਂ ਆਈ। ਅੱਖ ਲੱਗਦੀ ਵੀ ਤਾਂ ਤੋਪਾਂ ਦੇ ਗੋਲਿਆਂ ਦੀ ਜ਼ੋਰਦਾਰ ਆਵਾਜ਼ ਵਿੱਚ ਫਿਰ ਖੁੱਲ੍ਹ ਜਾਂਦੀ। ਦੂਜੇ ਸਾਹਮਣੀ ਸੜਕ ਤੇ ਸਾਰੀ ਰਾਤ ਫੌਜੀ ਗੱਡੀਆਂ ਦੀ ਆਵਾਜਾਈ ਨੇ ਹੀ ਰੌਲਾ ਪਾਈ ਰੱਖਿਆ। ਨੀਂਦ ਕਿਵੇਂ ਆਉਣੀ ਸੀ? ਹਰ ਸਮੇਂ ਪਲ ਪਲ ਕੁਝ ਜਾਣਨ ਦੀ ਉਤਸੁਕਤਾ ਸੀ। ਅਸੀਂ BBC ਜਾਂ ਪਾਕਿਸਤਾਨ ਰੇਡੀਓ ਦਾ ਹਰ ਬੁਲੇਟਿਨ ਸੁਣਦੇ ਰਹੇ। ਆਕਾਸ਼ਬਾਣੀ ਤਾਂ ਸਿਰਫ ਸਰਕਾਰ ਦੇ ਪੱਖ ਦੀਆਂ ਖਬਰਾਂ ਹੀ ਦੇ ਰਿਹਾ ਹੈ। ਸਵੇਰੇ ਤੜਕੇ ਹੀ ਅੱਖ ਖੁੱਲੀ, ਗੋਲੀਆਂ ਦੀ ਆਵਾਜ਼ ਆ ਰਹੀ ਸੀ। ਰੇਡੀਓ ਸੁਣਿਆ, ਕਰਫਿਊ ਤੇ ਪਾਬੰਦੀਆਂ ਰਾਤੀ 9 ਵਜੇ ਤੱਕ ਵਧਾ ਦਿੱਤੀਆਂ ਗਈਆਂ ਹਨ। ਸਵੇਰ ਹੋਣ ਵੇਲੇ ਗੋਲੀਆਂ ਦੀ ਆਵਾਜ਼ ਕੁਝ ਘਟੀ ਹੈ। ਮਾਲੂਮ ਹੁੰਦਾ ਹੈ ਕਿ ਰਾਤੀ ਫੌਜ ਨੇ ਆਪਣਾ ਕੰਮ ਮੁਕਾ ਲਿਆ ਹੈ। ਰੇਡੀਓ ਸੁਣਿਆ, ਖਬਰ ਸੀ ਕਿ 2 ਪਾਸੜ ਫਾਇਰਿੰਗ ਵਿੱਚ ਕਈ ਫੌਜੀ ਮਾਰੇ ਗਏ ਹਨ। ਸਾਰੀ ਰਾਤ ਦੋਵਾਂ ਪਾਸਿਓਂ ਫਾਇਰਿੰਗ ਹੁੰਦੀ ਰਹੀ ਹੈ। ਦਿਨ ਵੇਲੇ 9:10 ਤੇ ਇੱਕ ਪੁਲਿਸ ਅਫਸਰ ਦੇ ਘਰ ਗਏ। ਉਸ ਤੋਂ ਸਾਰੇ ਹਾਲਾਤ ਬਾਰੇ ਪੁੱਛਿਆ। ਡਰਦੇ ਨੇ ਅਤੇ ਹੱਥ ਜੋੜਦਿਆਂ ਕਿਹਾ, ਅੱਗੇ ਗੱਲ ਨਾ ਕਰਿਓ। ਉਸ ਦੱਸਿਆ ਕਿ ਰਾਤੀ ਫੌਜ ਸ੍ਰੀ ਦਰਬਾਰ ਸਾਹਿਬ ਤੋਪਾਂ ਟੈਂਕਾਂ ਨਾਲ ਅੰਦਰ ਦਾਖਲ ਹੋ ਗਈ ਹੈ। ਅੱਤਵਾਦੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਦੂਜੀ ਮੰਜ਼ਲ ਤੋਂ ਗੋਲੀਆਂ ਚਲਾ ਰਹੇ ਹਨ, ਪਰ ਬਹੁਤ ਸਾਰੇ ਅੱਤਵਾਦੀ ਮਾਰੇ ਜਾ ਚੁੱਕੇ ਹਨ। ਫੌਜ ਨੇ ਦੋਵੇਂ ਸਰਾਵਾਂ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਫਤਿਹ ਕਰਕੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ, ਸਰਦਾਰ ਗੁਰਚਰਨ ਸਿੰਘ ਟੌੜਾ ਨੂੰ ਗ੍ਰਿਫਤਾਰ ਕਰ ਲਿਆ ਹੈ। ਦੁਪਹਿਰ ਵੇਲੇ BBC ਨੇ ਖਬਰ ਦਿੱਤੀ ਹੈ ਕਿ ਫੌਜ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋ ਗਈ ਹੈ ਅਤੇ ਸੰਤ ਲੌਂਗੋਵਾਲ ਅਤੇ ਸਰਦਾਰ ਟੌੜਾ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਆਕਾਸ਼ਬਾਣੀ ਨੇ 1 ਵਜੇ ਅਤੇ 1:40 ਦੇ ਬੁਲੇਟਿਨ ਵਿੱਚ ਵੀ ਦੱਸਿਆ ਕਿ ਬਹੁਤ ਸਾਰੇ ਉਗਰਵਾਦੀ ਮਾਰੇ ਗਏ ਹਨ ਅਤੇ ਬਹੁਤਿਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਹਿੰਦੀ ਦੀਆਂ ਖਬਰਾਂ 1:10 ਤੇ ਦੱਸਿਆ ਗਿਆ ਕਿ ਸ਼ਾਮੀ 3 ਤੋਂ 5 ਵਜੇ ਤੱਕ ਕਰਫਿਊ ਵਿੱਚ ਢਿੱਲ ਦਿੱਤੀ ਗਈ ਹੈ। ਤੋਮਰ ਸੌਂ ਰਿਹਾ ਸੀ। ਮੈਂ ਉਸ ਨੂੰ ਉਠਾਇਆ ਕਿ ਚੱਲ ਕਿਤੇ ਚੱਲੀਏ, 2 ਘੰਟੇ ਲਈ ਕਰਫਿਊ 'ਚ ਢਿੱਲ ਹੈ। ਅਸੀਂ ਪੈਦਲ ਹੀ ਸਰਦਾਰ ਗੁਰਦੀਪ ਸਿੰਘ PTI ਦੇ ਘਰ ਟੇਲਰ ਰੋਡ ਗਏ। ਅੱਗੋਂ ਉਹ ਤੇ ਗਿੱਲ ਕਿਸੇ ਪੁਲਿਸ ਅਫਸਰ ਦੀ ਗੱਡੀ ਵਿੱਚ ਕੋਤਵਾਲੀ ਚਲੇ ਗਏ ਸਨ। ਥੋੜੀ ਦੂਰ ਤੱਕ ਅਸੀਂ ਵੀ ਲੋਕ ਸੰਪਰਕ ਵਿਭਾਗ ਦੀ ਗੱਡੀ ਵਿੱਚ ਆਏ ਸੀ। ਡਰਾਈਵਰ ਨੇ ਦੱਸਿਆ ਕਿ ਉਹ ਕਰਫਿਊ ਸੰਬੰਧੀ ਅਨਾਉਂਸਮੈਂਟ ਕਰਨ ਸ੍ਰੀ ਦਰਬਾਰ ਸਾਹਿਬ ਲਾਗੇ ਘੰਟਾ ਘਰ ਵੱਲ ਗਏ ਸਨ। ਫੌਜੀ ਦਰਬਾਰ ਸਾਹਿਬ ਦੇ ਅੰਦਰ ਕੇਂਦਰੀ ਸਿੱਖ ਅਜਾਇਬ ਘਰ ਅਤੇ ਪਰਿਕਰਮਾ ਵਾਲੀ ਬਿਲਡਿੰਗ, ਜਿੱਥੇ ਮੇਰਾ ਘਰ ਸੀ, ਦੀ ਛੱਤ ਉੱਤੇ ਤੁਰੇ ਫਿਰਦੇ ਸਨ। ਅਕਾਲ ਤਖਤ ਨੂੰ ਅੱਗ ਲਗਾ ਦਿੱਤੀ ਗਈ ਹੈ। ਬੜਾ ਹੀ ਧੂੰਆਂ ਨਿਕਲ ਰਿਹਾ ਹੈ। ਬਾਹਰ ਟੈਂਕ ਹੀ ਟੈਂਕ ਹਨ। ਕਿਸੇ ਪੁਲਿਸ ਅਫਸਰ ਤੋਂ ਪਤਾ ਲੱਗਾ ਕਿ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸ਼ਾਮੀ 5 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ ਕਿ ਉਹ ਆਤਮ ਸਮਰਪਣ ਕਰ ਦੇਣ। ਸਾਡੇ ਪਾਸ ਤਾਂ ਸਮਾਂ ਨਹੀਂ ਸੀ ਕਿ ਪੈਦਲ ਕੋਤਵਾਲੀ ਵੱਲ ਜਾ ਕੇ ਕਰਫਿਊ ਲੱਗਣ ਤੋਂ ਪਹਿਲਾਂ ਵਾਪਸ ਆ ਜਾਂਦੇ। ਸਰਦਾਰ ਗੁਰਦੀਪ ਸਿੰਘ ਦੇ ਘਰੋਂ ਹੀ ਅਸੀਂ ਪੈਦਲ ਵਾਪਸ ਮੁੜ ਆਏ। ਰਾਤ ਨੂੰ ਗਿੱਲ ਤੋਮਰ ਵੱਲ ਆਇਆ। ਉਸ ਨੇ ਦੱਸਿਆ ਕਿ ਉਹ ਤੇ ਗੁਰਦੀਪ ਸਿੰਘ ਕੰਪਲੈਕਸ ਤੱਕ ਜਾ ਆਏ ਹਨ। ਸਿੰਘਾਂ ਦੀਆਂ ਲਾਸ਼ਾਂ ਟਰੱਕ ਵਿੱਚ ਇਉਂ ਭਰੀਆਂ ਸਨ ਜਿਵੇਂ ਧੋਬੀਆਂ ਨੇ ਕੱਪੜੇ ਧੋ ਕੇ ਉਹਨਾਂ ਦਾ ਢੇਰ ਲਗਾ ਦਿੱਤਾ ਹੋਵੇ। ਇੱਕ ਟਰੱਕ ਵਿੱਚ 38 ਸਿੰਘਾਂ ਦੀਆਂ ਲਾਸ਼ਾਂ ਸਨ। ਸੈਂਕੜੇ ਲੋਕੀ ਮਾਰੇ ਜਾ ਚੁੱਕੇ ਹਨ। ਉਸ ਦੱਸਿਆ ਕਿ ਸਰਦਾਰ ਗੁਰਚਰਨ ਸਿੰਘ ਸਾਬਕਾ ਸਕੱਤਰ ਸ਼੍ਰੋਮਣੀ ਅਕਾਲੀ ਦਲ ਅਤੇ ਸਰਦਾਰ ਬੱਗਾ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਮਾਰੇ ਗਏ ਹਨ। ਗਿੱਲ ਨੇ ਮੈਨੂੰ ਦੱਸਿਆ ਕਿ ਮੇਰੇ ਕੁਆਟਰ ਵੱਲ ਘੰਟਾ ਘਰ ਵਾਲੇ ਪਾਸੇ ਦਰਬਾਰ ਸਾਹਿਬ ਦਾ ਬਾਹਰਲਾ ਪਾਸਾ ਤੋਪਾਂ ਦੇ ਗੋਲਿਆਂ ਨਾਲ ਕਾਲਾ ਹੋਇਆ ਪਿਆ ਹੈ। ਅਕਾਲ ਤਖਤ ਤੋਂ ਬੜਾ ਹੀ ਸੰਘਣਾ ਧੂੰਆਂ ਨਿਕਲ ਰਿਹਾ ਹੈ। ਪੱਤਰਕਾਰ ਹੋਣ ਦੇ ਨਾਤੇ ਤੁਸੀਂ ਇਹ ਚੀਜ਼ ਮਿਸ ਕਰ ਗਏ। ਜੋ ਉਧਰ ਨਹੀਂ ਗਏ, ਇਹ ਸੀਨ ਵੇਖਣ ਵਾਲਾ ਹੀ ਸੀ। ਗਿੱਲ ਨੇ ਦੱਸਿਆ ਕਿ ਹਾਲ ਬਾਜ਼ਾਰ ਵਿੱਚ ਸੜਕ ਤੇ ਸਫੈਦੀ ਨਾਲ ਹਿੰਦੂਆਂ ਨੇ ਫੌਜ ਦਾ ਸਵਾਗਤ ਕਰਨ ਲਈ ਮੋਟੇ ਅੱਖਰਾਂ ਵਿੱਚ ਵੈਲਕਮ ਟੂ ਇੰਡੀਅਨ ਆਰਮੀ, ਭਾਰਤੀ ਫੌਜ ਨੂੰ ਜੀ ਆਇਆਂ ਲਿਖਿਆ ਸੀ। ਉਸ ਨੇ ਦੱਸਿਆ ਕਿ ਹਾਲ ਬਾਜ਼ਾਰ ਤੱਕ ਟੈਂਕ ਤੇ ਬਖਤਰਬੰਦ ਗੱਡੀਆਂ ਖੜੀਆਂ ਹਨ। ਸੰਤ ਭਿੰਡਰਾਂ ਵਾਲਿਆਂ ਬਾਰੇ ਹਾਲੇ ਕੁਝ ਪਤਾ ਨਹੀਂ ਲੱਗਾ। ਗਿੱਲ ਨੇ ਦੱਸਿਆ
ਕਿ ਜਨੂਨੀ ਹਿੰਦੂ ਬੜੀਆਂ ਖੁਸ਼ੀਆਂ ਮਨਾ ਰਹੇ ਹਨ। ਫੌਜੀਆਂ ਨੂੰ ਲੱਡੂਆਂ, ਪੂੜੀਆਂ, ਕੜਾਹ ਆਦਿ ਵੰਡ ਰਹੇ ਹਨ। ਫੌਜੀਆਂ ਨੂੰ ਮੁਬਾਰਕਾਂ ਦੇ ਰਹੇ ਹਨ, ਗਲੇ ਵਿੱਚ ਹਾਰ ਪਾ ਰਹੇ ਹਨ। ਕੰਪਲੈਕਸ ਵਿੱਚੋਂ 2 ਫੌਜੀਆਂ ਦੀਆਂ ਲਾਸ਼ਾਂ ਆਈਆਂ। ਕੁਝ ਹਿੰਦੂਆਂ ਨੇ ਉਹਨਾਂ ਦੇ ਪੈਰੀਂ ਹੱਥ ਲਗਾਇਆ। ਉਸ ਦੱਸਿਆ ਕਿ ਕੁਝ ਫੌਜੀ 12 ਕੁ ਨੌਜਵਾਨਾਂ ਨੂੰ, ਜਿਨ੍ਹਾਂ ਦੀਆਂ ਪੱਗਾਂ ਲੱਥੀਆਂ ਸਨ, ਸਿਰ ਦੇ ਵਾਲ ਖੁੱਲੇ ਸਨ, ਗਾਲਾਂ ਕੱਢਦੇ ਹੋਏ ਕੋਤਵਾਲੀ ਲੈ ਕੇ ਆਏ। ਉੱਥੇ ਤਪਦੇ ਪੱਕੇ ਫਰਸ਼ ਤੇ ਗੋਡਿਆਂ ਪਰਨੇ ਲੰਮੇ ਪਾ ਕੇ ਲੋਕਾਂ ਸਾਹਮਣੇ ਹੀ ਟਾਰਚਰ ਕਰਨ ਲੱਗੇ। ਸਾਲੇ ਬਤਾਓ, ਪਿੰਡਰਾਂ ਵਾਲਾ ਕਹਾਂ ਹੈ। ਕਿਸੇ ਨੂੰ ਹਿੰਮਤ ਨਹੀਂ ਸੀ ਕਿ ਕੋਲ ਖੜੋ ਸਕਦਾ ਜਾਂ ਫੌਜੀਆਂ ਨੂੰ ਕੁਝ ਪੁੱਛ ਸਕਦਾ। ਇੰਡੀਆ ਟੂਡੇ ਦੇ ਪੱਤਰਕਾਰ ਸ੍ਰੀ ਸ਼ੇਖਰ ਗੁਪਤਾ ਵੀ ਇੱਥੇ ਹਾਜ਼ਰ ਸਨ। ਉਹਨਾਂ ਇਸ ਸੀਨ ਬਾਰੇ ਕੁਝ ਨਹੀਂ ਲਿਖਿਆ। ਉਸ ਦੱਸਿਆ ਕਿ ਫੌਜੀ, ਖਾਸ ਕਰਕੇ ਕਮਾਂਡੋ, ਬਹੁਤ ਮਾਰੇ ਗਏ ਹਨ। ਇਸ ਰਾਤ ਮੈਂ ਰੋਟੀ ਨਾ ਖਾ ਸਕਿਆ। ਅਗਲੇ ਦਿਨ ਗਿੱਲ ਨੇ ਦੱਸਿਆ ਕਿ ਉਹਨਾਂ ਦੇ ਸਾਰੇ ਟੱਬਰ ਨੇ ਵੀ ਰਾਤੀਂ ਖਾਣਾ ਨਹੀਂ ਖਾਧਾ। ਸਾਰੀ ਰਾਤ ਮੇਰੀਆਂ ਅੱਖਾਂ ਅੱਗੇ ਸਾਰਾ ਸੀਨ ਵਾਰ-ਵਾਰ ਆਉਂਦਾ ਰਿਹਾ। ਕੰਪਲੈਕਸ ਵੱਲ ਜਿਹੜੇ ਸਿੰਘ ਜਾ ਆਏ ਹਨ, ਉਹਨਾਂ ਦਾ ਵੀ ਇਹੋ ਹਾਲ ਹੋਇਆ ਹੋਵੇਗਾ। ਸਰਕਾਰੀ ਸੂਤਰਾਂ ਅਨੁਸਾਰ 5 ਅਤੇ 6 ਜੂਨ ਦੀ ਦਰਮਿਆਨੀ ਰਾਤ ਦੋਨੋਂ ਪਾਸਿਆਂ ਤੋਂ ਜ਼ੋਰਦਾਰ ਫਾਇਰਿੰਗ ਹੁੰਦੀ ਰਹੀ। ਤੋਪਾਂ, ਟੈਂਕਾਂ ਤੇ ਨਵੀਨ ਹਥਿਆਰਾਂ ਨਾਲ ਲੈਸ ਹੋ ਕੇ ਪਿਛਲੀ ਰਾਤ ਫੌਜ ਸ੍ਰੀ ਦਰਬਾਰ ਸਾਹਿਬ ਅੰਦਰ ਦਾਖਲ ਹੋ ਗਈ ਸੀ। ਪਰਿਕਰਮਾ ਵਿੱਚ ਟੈਂਕ ਚਲੇ ਗਏ ਸਨ। ਫੌਜ ਦਾ ਖਿਆਲ ਸੀ ਕਿ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਸੁਨਹਿਰੀ ਮੰਦਰ ਅੰਦਰ ਚਲੇ ਗਏ ਹਨ। ਇਸ ਲਈ ਸਮੁੰਦਰੀ ਫੌਜ ਦੇ 20 ਗੋਤਾਖੋਰ ਵੀ ਪਾਵਨ ਸਰੋਵਰ ਵਿੱਚ ਉਤਰੇ ਸਨ, ਜੋ ਸਾਰੇ ਹੀ ਸਿੰਘਾਂ ਨੇ ਗੋਲੀਆਂ ਨਾਲ ਉਡਾ ਦਿੱਤੇ। ਅਕਾਲ ਤਖਤ ਵੱਲ 60 ਕਮਾਂਡੋ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ ਸਿੰਘਾਂ ਨੇ ਪਹਿਲੇ ਹੀ ਹੱਲੇ ਨਾਲ 59 ਉਡਾ ਦਿੱਤੇ। ਇਸ ਤੇ ਗੁੱਸਾ ਖਾ ਕੇ ਹੀ ਫੌਜ ਨੇ ਤੋਪਾਂ, ਟੈਂਕਾਂ ਆਦਿ ਨਾਲ ਸ੍ਰੀ ਅਕਾਲ ਤਖਤ ਤੇ ਜ਼ੋਰਦਾਰ ਹੱਲਾ ਕੀਤਾ। ਇੱਥੇ ਬੰਬ ਵੀ ਸੁੱਟੇ ਗਏ। ਕਿਹਾ ਜਾਂਦਾ ਹੈ ਕਿ 6 ਜੂਨ ਸਵੇਰੇ 9:30 ਵਜੇ ਦੇ ਕਰੀਬ ਅਕਾਲ ਤਖਤ ਤੋਂ ਫੌਜ ਦਾ ਵਿਰੋਧ ਖਤਮ ਹੋ ਗਿਆ। ਬਾਕੀ ਸਾਰੇ ਕੰਪਲੈਕਸ ਦੇ ਉੱਤੇ ਤਾਂ ਫੌਜ ਪਹਿਲਾਂ ਹੀ ਕਬਜ਼ਾ ਕਰ ਚੁੱਕੀ ਸੀ। ਡਾਇਰੀ ਦੇ ਪੰਨੇ ਹਰਬੀਰ ਸਿੰਘ ਭੰਵਰ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।